सच्चा आशिक जान देन तू नहीं डरदा, ना ही पुलिस दियां मारा तू डरदा है। पुलिस बेशक नंगा करके बर्फ ते लिटा के जो मर्जी आखे कि कह तेरी मशूक जिहड़ी है तेरी भैन है। जवान कहंदा मैं अगू आखदा सा कि तुहाडी भैन होवेगी, मेरी भैन नहीं है। कहंदा मैनू जरा मासा भी खौफ नहीं सी है, मैनू पता सी मैं उहदे नाल किन्ना प्यार करना। कहंदा मैं कॉलेज पढ़दा आ ते उत्थे मेरी उहदे नाल मुलाकात होई सी। कहंदा उहने मुस्कुरा के देखिया सी ते सिद्धी दिल विच वड़ गई सी। मैं यही सोचा जो मर्जी हो जाए मैं विआह भी ਇਹਦੇ ਨਾਲ ਹੀ ਕਰਨਾ। ਕਹਿੰਦਾ ਬੜਾ ਉਹਦਾ ਪਿੱਛਾ ਕੀਤਾ, ਬੜੀ ਵਾਰੀ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤੇ ਉਹ ਲਿਫਟ ਹੀ ਨਹੀਂ ਸੀ ਕਰਾਂਦੀ, ਮੈਂ ਉਹਦੇ ਘਰ ਤੱਕ ਤੋੜ ਮੋਟਰਸਾਈਕਲ ਲੈ ਕੇ ਮਗਰ ਜਾਂਦਾ ਸਾਂ। ਕਹਿੰਦਾ ਆਸਤਾ ਆਸਤਾ ਉਹਨੇ ਦੇਖਣਾ ਮੈਨੂੰ ਸ਼ੁਰੂ ਕਰ ਦਿੱਤਾ। ਮੈਂ ਉਹਨੂੰ ਖਿਲਾ ਕੇ ਫਿਰ ਆਖਿਆ ਕਿ ਮੈਂ ਤੈਨੂੰ ਪਿਆਰ ਕਰਨਾ ਤੇ ਤੂੰ ਕਿਉਂ ਨਹੀਂ ਖਲੋਂਦੀ। ਅੱਗੂ ਉਹ ਆਖਦੀ ਹੈ ਕਿ ਨਹੀਂ ਸਾਡੇ 'ਚ ਇਹ ਕੰਮ ਨਹੀਂ ਹੁੰਦਾ, ਪਿਆਰ ਮੁਹੱਬਤ ਵਾਲਾ। ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਤੇ ਬੜਾ ਮਸਲਾ ਬਣ ਜਾਣਾ, ਬੜੀ ਮੁਸ਼ਕਲ ਨਾਲ ਮੈਂ ਇੱਥੇ ਪੜ੍ਹਨ ਵਾਸਤੇ ਆਉਣੀ ਹੈ। ਕਹਿੰਦਾ ਮੈਂ ਕਿਹਾ ਤੂੰ ਟੈਨਸ਼ਨ ਨਾ ਲੈ, ਮੈਂ ਇਸ ਤਰ੍ਹਾਂ ਦਾ ਤੇਰੇ ਨਾਲ ਕੋਈ ਕੰਮ ਨਹੀਂ ਕਰਾਂਗਾ, ਮੈਂ ਤੈਨੂੰ ਸੱਚਾ ਪਿਆਰ करना। कहता आस्ता आस्ता उन्होंने मैं नाल लाया, फिर मोटरसाइकिल ते लै जांदा। बाहर जाके असीं चाट वगैरह खांदे सा, आइसक्रीम खा के ते फिर वो जिहड़ा अपने घर टुर जांदी सी। कहता मैं 2 चेना सोने दियां उहनूं बनवा के दित्तियां, अंगूठी बनवा के दित्ती। कहता मैं अपना खर्चा उहदे ते कर दित्तिया सी क्योंकि मैं उहदे प्यार बड़ा करदा सा। कहता मुड़े मेरे नाल दे कहंदे ने कि बाबा जितना तू इहदा करने पे इतना ना कर, इहने तैनूं धोखा दे जाना। मैनूं पता लग्या कि किसी होर मुड़े नाल भी यह लगी है। कहंदा हो ही नहीं सकदा, मैं बड़ी मुश्किल ਇਹਨੂੰ ਸੈੱਟ ਕੀਤਾ, ਇਹ ਕਿਸ ਤਰ੍ਹਾਂ ਹੋ ਸਕਦਾ ਕਿਸੇ ਹੋਰ ਮੁੰਡੇ ਨਾਲ ਲੱਗੀ ਹੋਵੇ। ਕਹਿੰਦਾ ਬਹਰਾਲ ਮੈਂ ਉਹਨੂੰ ਆਖਿਆ ਕਿ ਮੈਂ ਤੇਰੇ ਨਾਲ ਸ਼ਾਦੀ ਕਰਨੀ ਹੈ, ਮੈਂ ਆਪਣੇ ਮਾਪਿਆਂ ਨੂੰ ਤੇਰੇ ਘਰ ਟੋਰਨਾ ਹੈ। ਉਹ ਕਹਿੰਦੀ ਆਈਏ ਨਾ ਟੋਰੀ, ਮੈਨੂੰ ਇੱਕ ਵਾਰੀ ਘਰ ਆਪਣੀ ਅੰਮਾ ਨੂੰ ਦੱਸ ਲੈਂਦੇ, ਜੇ ਉਹ ਮੰਨ ਗਏ ਤੇ ਫਿਰ ਮੈਂ ਤੈਨੂੰ ਆਖਾਂਗੀ ਤੂੰ ਉਹਨਾਂ ਨੂੰ ਟੋਰ ਦੀ। ਕਹਿੰਦਾ ਮੈਂ ਕਿਹਾ ਚੱਲ ਸਹੀ ਹੈ, ਜਲਦੀ ਨਾਲ ਪੁੱਛ ਕੇ ਤੇ ਮੈਨੂੰ ਦੱਸ। ਕਹਿੰਦਾ ਆਗੂ ਇੰਜ ਹੋਇਆ ਕਿ ਜਿਸਲੇ ਕਾਲਜ ਆਉਂਦੀ ਸੀ ਤੇ ਮੇਰੇ ਨਾਲ ਗੱਲਬਾਤ ਕਰਨਾ ਛੱਡ ਗਈ। ਕਹਿੰਦਾ ਮੈਨੂੰ ਇਹ ਲੱਗਾ ਕਿ ਸ਼ਾਇਦ ਉਹਨੂੰ ਮੇਰੀ ਗੱਲ ਜਿਹੜੀ ਆ ਉਹ ਮਹਿਸੂਸ ਕਰ ਗਈ ਹੈ ਜਾਂ ਮੈਨੂੰ ਜਵਾਬ ਨਹੀਂ ਦੇਣਾ ਚਾਹੁੰਦੀ, ਇਸ ਵਜ੍ਹਾ ਤੂੰ ਜਿਹੜਾ ਹੁਣ ਮੇਰੇ ਨਾਲ ਗੱਲ ਨਹੀਂ ਕਰਦੀ ਪਈ। ਕਹਿੰਦਾ ਮੁੜੇ ਮੈਨੂੰ ਆਦੇ ਦੇਖੀ ਬਾਬਾ ਤੇਰੇ ਤੂੰ ਮੂੰਹ ਇਹਨੇ ਸੈਡੇ ਕਰ ਲਿਆ, ਹੁਣ ਤੇਰੇ ਵੱਲੋਂ ਦੇਖਦੇ ਵੀ ਨਹੀਂ, ਤੇਰੀਆਂ ਚੇਨਾਂ ਵੀ ਗਈਆਂ ਤੇ ਤੇਰੀ ਅੰਗੂਠੀ ਵੀ ਗਈ। ਕਹਿੰਦਾ ਮੈਨੂੰ ਨਾ ਚੇਨਾਂ ਦਾ ਤੇ ਨਾ ਅੰਗੂਠੀ ਦਾ, ਇਹਨਾਂ ਚੀਜ਼ਾਂ ਦੀ ਮੈਨੂੰ ਪਰਵਾਹ ਨਹੀਂ। ਹੁਣ ਉਹ ਆਖੇ ਤੇ ਮੈਂ ਤੂੰ ਛੱਤ ਤੂੰ ਛਾਲ ਮਾਰ ਕੇ ਤੇ ਆਪਣੀ ਜਾਨ ਦੇ ਦਿਆ, ਇਤਨਾ ਮੈਂ ਉਹਨੂੰ ਪਿਆਰ ਕਰਨਾ ਤੇ ਸੋਨਾ ਤੇ ਕੁਝ ਚੀਜ਼ ਵੀ ਨਹੀਂ ਹੈ ਉਹਦੇ ਵਾਸਤੇ। ਕਹਿੰਦਾ ਬਹਰਾਲ ਮੈਂ ਇੱਕ ਦਿਨ ਮਜਬੂਰ ਹੋ ਕੇ ਉਹਨੂੰ ਰੋਕਿਆ। ਮੈਂ ਕਿਹਾ ਗੱਲ ਸੁਣ, ਮੈਂ ਤੇਰੇ ਨਾਲ ਸਿਰਫ ਇਤਨੀ ਗੱਲ ਕੀਤੀ ਸੀ ਕਿ ਮੈਂ ਆਪਣੀ ਅੰਮੀ ਨੂੰ ਤੇਰੇ ਘਰ ਟੋਰਾਂ ਰਿਸ਼ਤੇ ਵਾਸਤੇ, ਤੂੰ ਅਜੇ ਤੱਕ ਮੈਨੂੰ ਦੱਸਿਆ ਨਹੀਂ ਹੈ। ਕਹਿੰਦੇ ਅੱਗੋਂ ਮੈਨੂੰ ਕਹਿੰਦੀ ਹੈ ਮੇਰੇ ਤੂੰ ਦੂਰ ਹੋ ਜਾ, ਮੇਰਾ ਭਰਾ ਜਿਹੜਾ ਉਹ ਇੱਥੇ ਮੇਰਾ ਪਿੱਛਾ ਪਿਆ ਕਰਦਾ, ਕਿਸੇ ਨੇ ਉਹਨੂੰ ਦੱਸ ਦਿੱਤੀ ਹੈ ਕਿ ਮੈਂ ਤੈਨੂੰ ਮਿਲਦੀ ਜੁਲਦੀ ਹਾਂ, ਮੇਰਾ ਭਰਾ ਬੜਾ ਗੁੱਸੇ ਵਾਲਾ ਤੇ ਉਹਨੇ ਕਿਰੇ ਆ ਕੇ ਤੈਨੂੰ ਮਾਰ ਕੁੱਟਣਾ ਤੇ ਇਹਦੇ ਤੋਂ ਬਿਹਤਰ ਹੈ ਕਿ ਤੂੰ ਦੂਰ ਰਹਿ। ਕਹਿੰਦਾ ਮੈਂ ਕਿਹਾ ਮੈਨੂੰ ਕੋਈ ਪਰਵਾਹ ਨਹੀਂ, ਤੇਰਾ ਭਰਾ ਬੇਸ਼ੱਕ ਆ ਜਾਊ। ਨੇ ਕਿਹਾ ਮਿਹਰਬਾਨੀ ਕਰ ਫਿਲਹਾਲ ਦੂਰ ਰਹਿ, ਉਹਨੇ ਮੇਰੀ ਪੜ੍ਹਾਈ ਵੀ ਛਡਾ ਦੇਣੀ ਹੈ, ਇਸ ਵਾਸਤੇ ਤੂੰ ਫਿਲਹਾਲ ਮੇਰੇ ਨਾਲ ਕੋਈ ਗੱਲ ਨਾ ਕਰ ਜਿੰਨੀ ਦੇਰ ਤੱਕ ਮੈਂ ਅੰਮੀ ਨਾਲ ਗੱਲ ਨਹੀਂ ਕਰਦੀ, ਕਿਉਂਕਿ ਮੇਰੇ ਤੋਂ ਪਹਿਲਾਂ ਹੀ ਕਿਸੇ ਨੇ ਦੱਸ ਦਿੱਤੀ ਸੀ। ਕਹਿੰਦਾ ਮੈਂ ਆਪੂ ਬੜਾ ਪਰੇਸ਼ਾਨ ਹੋਇਆ, ਦੱਸਿਆ ਕਿੰਨੇ ਹੋਣਾ। ਕਹਿੰਦਾ ਮੈਂ ਆਪਣੇ ਯਾਰਾਂ ਨਾਲ ਆ ਕੇ ਗੱਲ ਕੀਤੀ ਕਿ ਇਸ ਤਰ੍ਹਾਂ ਉਹ ਕਹਿੰਦੀ ਹੈ ਮੇਰੀ ਅੰਮੀ ਨੂੰ ਤੇ ਪਹਿਲਾਂ ਹੀ ਪਤਾ ਲੱਗ ਗਿਆ ਹੈ ਕਿ ਮੈਂ ਇਸ ਤਰ੍ਹਾਂ ਜਿਹੜਾ ਤੇਰੇ ਨਾਲ ਕਰਨੀ ਆ ਕੇ ਗੱਲਬਾਤ, ਉਹ ਤੂੰ ਮੇਰੇ ਭਰਾ ਨੂੰ ਵੀ ਪਤਾ ਲੱਗ ਗਿਆ ਹੈ ਤੇ ਉਹ ਜਿਹੜਾ ਮੇਰੇ ਤੇ ਬੜੀ ਸਖਤੀ ਕਰਦੇ ਨੇ ਪਏ, ਉਹਨਾਂ ਧਿਆਨ ਰੱਖਿਆ ਕਿ ਮੁੰਡਾ ਕਿਹੜਾ ਹੈ। ਆਈ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੁੰਡੇ ਕਿਹਦੇ ਨਾਲ ਮੈਂ ਇੱਥੇ ਲੱਗੀ ਆ, ਇਸ ਵਾਰ ਤੂੰ ਦੂਰ ਰਹਿ, ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਤੈਨੂੰ ਫੜ ਕੇ ਉਹ ਕੁੱਟਣਗੇ। ਕਹਿੰਦਾ ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਕਹਿੰਦਾ ਮੈਂ ਆਖਿਆ ਇਹਦੇ ਭਰਾ ਨਾਲ ਮੈਂ ਬਜ਼ਾਤੇ ਖੁਦ ਗੱਲ ਕਰ ਲੈਣਾ, ਕਿਹੜਾ ਕੋਈ ਟੈਨਸ਼ਨ ਵਾਲੀ ਗੱਲ ਹੈ। ਕਹਿੰਦਾ ਮੈਂ ਸਿੱਧਾ ਟੁਰ ਗਿਆ ਉਹ ਮੋਟਰਸਾਈਕਲ ਲੈ ਕੇ ਉਹਨਾਂ ਦੇ ਪਿੰਡ। ਕਹਿੰਦਾ ਕੱਲਮ ਕੱਲਾ ਮੈਂ ਉੱਥੇ ਗਿਆ। ਕਹਿੰਦਾ ਜਾ ਕੇ ਉਹਨਾਂ ਦਾ ਦਰਵਾਜ਼ਾ ਖੜਕਾਇਆ। ਜਿਸ ਵੇਲੇ ਜਵਾਨ ਬਾਹਰ ਆਇਆ ਮੈਂ ਉਹਨੂੰ ਆਖਿਆ ਕਿ ਭਾਈ ਜੀ ਮੈਂ ਤੁਹਾਨੂੰ ਮਿਲਣਾ ਇੱਕ ਜ਼ਰੂਰੀ ਕੰਮ ਵਾਸਤੇ। ਉਹਨੇ ਆਖਿਆ ਦੱਸੋ ਕੀ ਕੰਮ ਹੈ। ਉਹਨੇ ਆਖਿਆ ਗੱਲ ਇਹ ਹੈ ਕਿ ਤੁਹਾਡੀ ਭੈਣ ਨੂੰ ਮੈਂ ਪਸੰਦ ਕਰਨਾ, ਇਸ ਤਰ੍ਹਾਂ ਮੈਂ ਫਲਾਣੀ ਜਗ੍ਹਾ ਤੇ ਰਹਿਣਾ ਤੇ ਮੈਂ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ, ਮੈਂ ਕੋਈ ਬਾਹਰ ਫਿਰਨਾ ਟੁਰਨਾ ਨਹੀਂ ਚਾਹੁੰਦਾ। ਕਹਿੰਦਾ ਉਹ ਕਹਿੰਦਾ ਠਹਿਰ ਜਾ ਇੱਕ ਮਿੰਟ, ਮੈਂ ਜਿਹੜਾ ਤੈਨੂੰ ਬੈਠਕ ਖੋਲਣਾ ਤੇ ਤੂੰ ਅੰਦਰ ਆ ਜਾ। ਕਹਿੰਦਾ ਜੂੰ ਹੀ ਉਹਨੇ ਬੈਠਕ ਖੋਲੀ ਤੇ ਮੈਂ ਅੰਦਰ ਟੁਰ ਗਿਆ। ਕਹਿੰਦਾ ਉਹਨੇ ਕੁੰਡੀ ਲਾਈ ਤੇ 2 ਹੋਰ ਜਵਾਨ ਅੰਦਰ ਆ ਗਏ। ਕਹਿੰਦਾ ਉਹਨੇ ਡੰਡਾ ਫੜ ਕੇ ਤੇ ਕੁੱਟਣਾ ਸ਼ੁਰੂ ਕਰਤਾ, ਮੇਰੀਆਂ ਬਾਹਾਂ ਪਿੱਛੇ ਬੰਨ ਕੇ ਤੇ ਬਹੁਤ ਜ਼ਿਆਦਾ ਉਹਨਾਂ ਮੈਨੂੰ ਮਾਰਿਆ। ਕਹਿੰਦਾ ਜਿਸ ਵੇਲੇ ਜ਼ਿਆਦਾ ਮਾਰ ਮੈਂ ਕਿਹਾ ਜਿੰਨਾ ਮਰਜ਼ੀ ਮਾਰ ਲਓ ਮੈਨੂੰ ਪਰਵਾਹ ਨਹੀਂ ਹੈ, ਲੇਕਿਨ ਮੈਂ ਜਿਹੜਾ ਉਹਦੇ ਨਾਲ ਪਿਆਰ ਕਰਨਾ, ਸ਼ਾਦੀ ਵੀ ਉਹਦੇ ਨਾਲ ਕਰਨੀ ਹੈ। ਕਹਿੰਦਾ ਥੋੜੀ ਦੇਰ ਨੂੰ ਪੁਲਿਸ ਵਾਲੇ ਆ ਗਏ। ਕਹਿੰਦਾ ਜੋ ਹੀ ਪੁਲਿਸ ਵਾਲੇ ਆਏ ਉਹ ਵੀ ਆ ਕੇ ਮੈਨੂੰ ਮਾਰਨਾ ਸ਼ੁਰੂ ਹੋ ਗਏ। ਕਹਿੰਦਾ ਮੈਨੂੰ ਸਮਝ ਨਾ ਆਵੇ ਮੈਂ ਇਹਨਾਂ ਨਾਲ ਗੱਲ ਕੀ ਕਰਾਂ। ਕਹਿੰਦਾ ਕੱਲਮ ਕੱਲਾ ਇੱਥੇ ਆ ਗਏ ਅਸਾਂ। ਕਹਿੰਦਾ ਉਹ ਕਹਿੰਦਾ ਤੋਬਾ ਕਰ ਕਹਿ ਕਿ ਮੇਰੀ ਭੈਣ ਹੈ। ਕਹਿੰਦਾ ਮੈਂ ਕਿਹਾ ਭੈਣ ਹੋਵੇਗੀ ਤੁਹਾਡੀ, ਮੈਂ ਤਾਂ ਉਹਦੇ ਨਾਲ ਸ਼ਾਦੀ ਕਰਨੀ ਹੈ, ਜੋ ਮਰਜ਼ੀ ਹੋਵੇ ਬੇਸ਼ੱਕ ਤੁਸੀਂ ਮੇਰੀ ਜਾਨ ਵੀ ਲੈ ਲਓ। ਕਹਿੰਦੇ ਅੱਗੋਂ ਪੁਲਿਸ ਵਾਲੇ ਕਹਿੰਦੇ ਚੱਲ ਫਿਰ ਤੈਨੂੰ ਥਾਣੇ ਲੈ ਕੇ ਚੱਲਨੇ ਆ, ਜਾ ਕੇ ਤੈਨੂੰ ਦੱਸਨੇ ਆ ਫਿਰ ਅਸੀਂ ਕਿਸ ਤਰ੍ਹਾਂ ਬੰਦੇ ਕੋਲੋਂ ਜਿਹੜਾ ਉਹ ਇਸ ਤਰ੍ਹਾਂ ਮਨਵਾਨੇ ਆ ਕਿ ਕਵੇਂਗਾ ਤੂੰ ਕਿ ਮੇਰੀ ਭੈਣ ਹੈ। ਕਹਿੰਦਾ ਮੈਂ ਕਿਹਾ ਜੋ ਮਰਜ਼ੀ ਕਰ ਲਓ। ਕਹਿੰਦਾ ਨਾ ਫੜ ਕੇ ਮੈਨੂੰ ਗੱਡੀ 'ਚ ਸੱਟਿਆ ਤੇ ਲੈ ਗਏ ਨਾਲ। ਕਹਿੰਦਾ ਜੋ ਹੀ ਉੱਥੇ ਥਾਣੇ ਲੈ ਕੇ ਗਏ ਉਹਨਾਂ ਵੱਡੀ ਬਰਫ਼ ਦਾ ਬਲਾਕ ਮੰਗਾਇਆ। ਕਹਿੰਦਾ ਉੱਥੇ ਮੇਰੇ ਸਾਹਮਣੇ ਲਿਆ ਕੇ ਮੰਨ ਜਾ ਆਈਏ ਵੀ ਤੇਰੇ ਕੋਲ ਟਾਈਮ
ਹੈ ਵਾ, ਇਹ ਨਾ ਹੋਵੇ ਬਾਅਦ ਤੇਰੇ ਕੋਲ ਟਾਈਮ ਨਾ ਰਵੇ। ਕਹਿੰਦਾ ਮੈਂ ਕਿਹਾ ਤੁਸੀਂ ਮੈਨੂੰ ਡਰਾਓ ਨਾ ਵੀ, ਜੋ ਵੀ ਤੁਸੀਂ ਕਰਨਾ ਬੇਸ਼ੱਕ ਕਰ ਲਓ। ਕਹਿੰਦਾ ਉਹਨਾਂ ਕਿਹਾ ਲਾਓ ਜੀ ਇਹਦੇ ਕੱਪੜੇ। ਕਹਿੰਦਾ ਸਾਰੇ ਮੇਰੇ ਕੱਪੜੇ ਲਾ ਕੇ ਮੇਰੀਆਂ ਬਾਹਾਂ ਵਿੱਚ ਜੀ ਡੰਡਾ ਦੇ ਕੇ ਕਹਿੰਦਾ ਮੈਨੂੰ ਬਰਫ਼ ਦੇ ਉੱਤੇ ਲਟਾ ਦਿੱਤੇ ਤੇ ਮੇਰੇ ਪੈਰਾਂ ਤੇ ਜਿਹੜਾ ਡੰਡੇ ਮਾਰਨੇ ਸ਼ੁਰੂ ਹੋ ਗਏ। ਕਹਿੰਦਾ ਮੈਂ ਕਿਹਾ ਮਾਰ ਲਓ ਜਿੰਨੇ ਡੰਡੇ ਮਾਰਨੇ, ਜੇ ਮੈਨੂੰ ਪਰਵਾਹ ਨਹੀਂ ਹੈ, ਮੈਂ ਸ਼ਾਦੀ ਕਰਨੀ ਹੈ ਤੇ ਉਹਦੇ ਨਾਲ ਕਰਨੀ। ਉਹਨਾਂ ਕਿਹਾ ਜਿੰਨੀ ਦੇਰ ਦਾ ਤੂੰ ਕਹਿਣਾ ਨਹੀਂ ਨਾ ਕਿ ਮੇਰੀ ਭੈਣ ਹੈ, ਇੰਨੀ ਦੇਰ ਤੱਕ ਅਸਾਂ ਤੈਨੂੰ ਨਹੀਂ ਛੱਡਣਾ। ਕਹਿੰਦਾ ਕੋ ਮੇਰੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ, ਮਾਮਾ ਮੇਰਾ ਜਿਹੜਾ ਉਹ ਮੇਜਰ ਆਇਆ, ਕਹਿੰਦਾ ਉਹਨੂੰ ਪਤਾ ਲੱਗਾ ਤੇ ਮਾਮਾ ਫਟਵਟ ਥਾਣੇ ਪਹੁੰਚਿਆ। ਕਹਿੰਦਾ ਅੱਗੋਂ ਉਹਨਾਂ ਮੇਰੀ ਹਾਲਤ ਚੰਗੀ ਭਲੀ ਖਰਾਬ ਕਰ ਦਿੱਤੀ ਸੀ। ਕਹਿੰਦਾ ਮਾਮੇ ਨੇ ਆ ਕੇ ਮੈਨੂੰ ਛਡਵਾਇਆ ਤੇ ਜੂੰ ਮੈਂ ਬਾਹਰ ਨਿਕਲਿਆ ਤੇ ਕਹਿੰਦਾ ਮੇਰੀ ਧੌਣ ਜਿਹੜੀ ਆ ਉਹ ਸਿੱਧੀ ਨਹੀਂ ਸੀ ਹੁੰਦੀ, ਇਤਨਾ ਉਹਨਾਂ ਮੈਨੂੰ ਕੁੱਟਿਆ ਸੀ ਤੇ ਮੇਰੇ ਕੋਲ ਟੁਰਨ ਵੀ ਨਹੀਂ ਸੀ ਹੁੰਦਾ ਪਿਆ। ਕਹਿੰਦਾ ਮਾਮਾ ਅੱਗੂ ਆਖਦਾ ਕਿ ਬੇਵਕੂਫਾ ਤੂੰ ਕੀ ਆਸ਼ਕੀਆਂ ਕਰਦਾ ਫਿਰਨੇ, ਤੈਨੂੰ ਆਪਣੇ ਭੈਣਾ ਭਰਾਵਾਂ ਦਾ ਖਿਆਲ ਨਹੀਂ ਹੈ, ਸਾਰਿਆਂ ਨੂੰ ਤੂੰ ਬੇਇੱਜ਼ਤ ਕਰਾ ਕੇ ਛੱਡਣਾ। ਕਹਿੰਦਾ ਮੈਂ ਕਿਹਾ ਮਾਮੂ ਮੈਂ ਉਸ ਕੁੜੀ ਨੂੰ ਪਿਆਰ ਕਰਨਾ, ਮੈਂ ਉਹਦੇ ਬਗੈਰ ਰਹਿ ਨਹੀਂ ਸਕਦਾ, ਮੈਂ ਸ਼ਾਦੀ ਉਹਦੇ ਨਾਲ ਕਰਨੀ ਹੈ। ਕਹਿੰਦਾ ਮਾਮੂ ਅੱਗੂ ਆਂਦੇ ਨੇ ਭੈਣ ਲੈ ਆਪਣੇ ਮੁੰਡੇ ਨੂੰ ਸਮਝਾ, ਅੱਗੂ ਜੇ ਪੁਲਿਸ ਨੇ ਦੁਬਾਰਾ ਫੜ ਲਿਆ ਤੇ ਮੈਂ ਇਹਨੂੰ ਛਡਾਉਣ ਵਾਸਤੇ ਕੋਈ ਨਹੀਂ ਆਉਣਾ। ਕਹਿੰਦਾ ਮਾਮੂ ਦੀ ਗੱਡੀ ਤੇ ਬਹਿ ਕੇ ਟੁਰ ਗਏ। ਜਿਸ ਵੇਲੇ ਮੈਂ ਘਰ ਆਇਆ ਤੇ ਅੰਮਾ ਦੀ ਹੱਥ ਜੋੜਨ ਲੱਪੇ, ਪੁੱਤਰ ਤੈਨੂੰ ਅਸੀਂ ਕਾਲਜ ਪੜ੍ਹਨੇ ਵਾਸਤੇ ਟੋਰਨਿਆ ਕਿ ਆਸ਼ਕੀਆਂ ਕਰਨ ਵਾਸਤੇ ਟੋਰਨੇ ਆ। ਕਹਿੰਦਾ ਮੈਂ ਕਿਹਾ ਤੁਸੀਂ ਜੋ ਮਰਜ਼ੀ ਕਰੋ, ਅੰਮਾ ਜੀ ਮੇਰੇ ਨਾਲ ਚੱਲੋ ਤੇ ਉਹਨਾਂ ਕੋਲ ਜਾ ਕੇ ਰਿਸ਼ਤਾ ਪੁੱਛੋ। ਕਹਿੰਦਾ ਅੰਮਾ ਜੀ ਕਹਿੰਦੇ ਅਸਾਂ ਤੇ ਪੁੱਤਰ ਕੋਈ ਨਹੀਂ ਜਾਣਾ। ਕਹਿੰਦਾ ਮੈਂ ਕਿਹਾ ਅੰਮਾ ਜੀ ਮੈਂ ਲਗਾ ਖੁਦਕੁਸ਼ੀ ਕਰਨ, ਜੇ ਤੁਸੀਂ ਜਾ ਕੇ ਰਿਸ਼ਤਾ ਨਾ ਪੁੱਛਿਆ ਤੇ ਮੈਂ ਆਪਣੀ ਜਾਨ ਦੇ ਦੇਣੀ ਹੈ। ਕਹਿੰਦਾ ਅੰਮਾ ਜੀ ਡਰ ਗਏ, ਕਹਿੰਦੇ ਪੁੱਤਰ ਸਹੀ ਹੈ ਮੈਂ ਜਾ ਕੇ ਗੱਲ ਕਰਨੀ ਆ। ਕਹਿੰਦਾ ਅੰਮਾ ਜੀ ਫਿਰ ਆਪਣੇ ਭਰਾ ਨੂੰ ਨਾਲ ਲੈ ਕੇ ਜਿਸ ਵੇਲੇ ਉਹਨਾਂ ਦੇ ਘਰ ਗਏ, ਪਹਿਲਾਂ ਤੇ ਉਹਨਾਂ ਨੇ ਕੋਈ ਗੱਲ ਹੀ ਕੋਈ ਨਾ ਸੁਣੀ। ਅੱਗੋਂ ਅੰਮਾ ਦਾ ਹੱਥ ਜੋੜੇ ਕਿ ਖੁਦਾ ਦਾ ਨਾਂ ਜੇ ਕਿ ਕਿਸੇ ਤਰੀਕੇ ਨਾਲ ਮੰਨ ਜੋ, ਮੁੰਡਾ ਸਾਡਾ ਬੜੀ ਜਿੱਦ ਚ ਆਇਆ, ਇਹ ਨਾ ਵੇ ਆਪਣੀ ਜਾਨ ਦੇ। ਉਹਨਾਂ ਕਿਹਾ ਗੱਲ ਸੁਣੋ, ਅਸਾਂ ਕੁੜੀ ਦਾ ਰਿਸ਼ਤਾ ਕਿਧਰੇ ਹੋਰ ਦਿੱਤੇ ਆ ਬਚਪਨ ਚ, ਅਸੀਂ ਉਹ ਰਿਸ਼ਤਾ ਨਹੀਂ ਤੋੜ ਸਕਦੇ। ਕਹਿੰਦੇ ਨਹੀਂ ਅਸੀਂ ਉਹਨਾਂ ਨਾਲ ਗੱਲ ਕਰ ਲਾਂਗੇ, ਇਹ ਰਿਸ਼ਤਾ ਤੁਸੀਂ ਸਾਨੂੰ ਹੀ ਦਿਓ। ਕਹਿੰਦਾ ਜਿਸ ਵੇਲੇ ਚੰਗੀਆਂ ਭਲੀਆਂ ਮਿੰਨਤਾਂ ਕੀਤੀਆਂ ਤੇ ਫਿਰ ਜਿਹੜਾ ਉਹਨਾਂ ਆਖਿਆ ਜੀ ਅੱਛਾ ਠੀਕ ਹੈ ਸਾਨੂੰ ਰਿਸ਼ਤਾ ਮਨਜ਼ੂਰ ਹੈ, ਅਸੀਂ ਤੁਹਾਡੇ ਘਰ ਆਵਾਂਗੇ। ਕਹਿੰਦਾ ਜਿਸ ਵੇਲੇ ਸਾਡੇ ਘਰ ਆਏ, ਸਾਡਾ ਘਰ ਵੀ ਚੰਗਾ ਭਲਾ ਠੀਕ ਆਇਆ। ਅੱਗੋਂ ਮਾਮੂ ਨੂੰ ਵੀ ਬੁਲਾਏ ਅਸੀਂ, ਉਹ ਵੀ ਆ ਕੇ ਬੈਠੇ ਸੀ। ਕਹਿੰਦੇ ਬੜਾ ਹੀ ਜ਼ਿੱਦੀ ਮੁੰਡਾ ਹੈ। ਕਹਿੰਦਾ ਬਹਰਹਾਲ ਉਹ ਰਾਜ਼ੀ ਹੋ ਗਏ ਸ਼ਾਦੀ ਕਰਨ ਵਾਸਤੇ। ਕਹਿੰਦਾ ਮੈਂ ਵੀ ਬੜਾ ਖੁਸ਼ ਕਾਲਜ ਸਾਰੇ ਮੁੰਡਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੇਰੀ ਸ਼ਾਦੀ ਹੋਣ ਲਈ ਹੈ ਉਹਦੇ ਨਾਲ ਹੀ। ਕਹਿੰਦਾ ਉਹ ਕਹਿੰਦੇ ਯਾਰ ਬੜੀ ਗੱਲ ਹੈ, ਇਹ ਪਹਿਲੀ ਵਾਰੀ ਦੇਖਿਆ ਹੋਣਾ ਕਿ ਐਡੀ ਡਾਢੀ ਆਸ਼ਕੀ ਹੋਈ ਹੋਵੇ ਹਕੀਕਤ ਵਿੱਚ। ਕਹਿੰਦਾ ਬਹਰਹਾਲ ਜਿਸ ਵੇਲੇ ਸਾਡੀ ਸ਼ਾਦੀ ਹੋ ਗਈ, ਉਹ ਘਰ ਆ ਗਈ। ਕਹਿੰਦਾ ਮੈਨੂੰ ਨਹੀਂ ਸੀ ਪਤਾ ਮੇਰੀ ਜਵਾਨੀ ਦਾ ਇਸ਼ਕ ਆਇਆ ਤੇ ਇਹ ਜਿਹੜੀ ਹੈ ਮੇਰੇ ਘਰ ਚ ਆ ਕੇ ਮੇਰੇ ਨਾਲ ਤਾਮਨ ਨਹੀਂ ਕਰੇਗੀ। ਕਹਿੰਦਾ ਘਰ ਆਈ ਤੇ ਉਹ ਜਿਹੜੀ ਆ ਹਰ ਗੱਲ ਜਿਹੜੀ ਮੈਂ ਆਖਦਾ ਆ ਉਹ ਨਹੀਂ ਸੀ ਮੰਨਦੀ। ਅੱਗੋਂ ਜਿਹੜੀ ਮੇਰੀ ਅੰਮਾ ਆਖਦੀ ਸੀ ਉਹ ਵੀ ਗੱਲ ਨਹੀਂ ਸੀ ਮੰਨਦੀ। ਕਹਿੰਦਾ ਮੈਂ ਉਹਨੂੰ ਬੜਾ ਹੀ ਆਖਦਾ ਸਾਂ ਕਿ ਤੂੰ ਨਾ ਇੰਜ ਕਰ, ਮੈਂ ਤੇਰੇ ਨਾਲ ਪਿਆਰ ਕੀਤਾ, ਤੇਰੇ ਪਿੱਛੇ ਪੁਲਿਸ ਨੂੰ ਜਾ ਕੇ ਉੱਥੋਂ ਮਾਰ ਖਾਦੀ ਹੈ। ਅੱਗੋਂ ਮਾਮੇ ਦੀ ਗੱਲ ਨਹੀਂ ਸੁਣੀ, ਆਪਣੇ ਘਰਦਿਆਂ ਦੀ ਨਹੀਂ ਸੁਣੀ, ਤੇਰੇ ਭਰਾ ਨੇ ਮੈਨੂੰ ਮਾਰਿਆ, ਮੈਂ ਉਹਨੂੰ ਕੁਝ ਨਹੀਂ ਆਖਿਆ ਤੇ ਹੁਣ ਤੂੰ ਜਿਹੜਾ ਰਾਮ ਸਕੂਲ ਨਾਲ ਇੱਥੇ ਰਹਿ। ਉਹ ਕਹਿੰਦੀ ਆ ਤੂੰ ਛੱਡ ਦੇ, ਮੈਨੂੰ ਤਲਾਕ ਦੇ ਦੇ ਤੇ ਮੈਂ ਤੇਰੇ ਨਾਲ ਰਹਿਣਾ ਵੀ ਨਹੀਂ ਚਾਹੁੰਦੀ। ਕਹਿੰਦਾ ਮੈਨੂੰ ਬੜਾ ਗੁੱਸਾ ਆਇਆ। ਕਹਿੰਦਾ ਠੀਕ ਹੈ ਮੈਂ ਤੈਨੂੰ ਤਲਾਕ ਦੇ ਦੇਗਾ, ਦਫਾ ਹੋ ਜਾ ਮੇਰੇ ਘਰ ਚੋਂ। ਕਹਿੰਦਾ ਬਹਰਹਾਲ ਉਹ ਜਿਸ ਵੇਲੇ ਉੱਥੋਂ ਘਰੋਂ ਨਿਕਲੀ ਤੇ ਮੈਂ ਅਹਿਸਾਸ ਕੀਤਾ ਕਿ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਕਿਧਰੇ ਇਹ ਨਾ ਹੋਵੇ ਨਵਾਂ ਕੰਮ ਖੁੱਲ ਜੇ। ਕਹਿੰਦਾ ਮੈਂ ਜਿਉਂ ਹੀ ਬਾਹਰ ਨਿਕਲਿਆ ਤੇ ਉਹ ਮੇਰੇ ਅੱਗੇ ਦੌੜ ਪਈ। ਕਹਿੰਦਾ ਮੈਂ ਉਹਨੂੰ ਬੜਾ ਰੋਕਣ ਦੀ ਕੋਸ਼ਿਸ਼ ਕੀਤੀ ਲੇਕਿਨ ਕਹਿੰਦਾ ਅੱਗੋਂ ਗੱਡੀ ਆਈ ਥੱਲੇ ਆ ਕੇ ਤੇ ਕਹਿੰਦਾ ਉਹ ਉੱਥੇ ਹੀ ਖਤਮ ਹੋ ਗਈ। ਕਹਿੰਦਾ ਬੰਦਿਆਂ ਨੇ ਅੱਗੇ ਹੋ ਕੇ ਤੱਕਿਆ ਤੇ ਉਹ ਖਤਮ ਹੋਈ ਸੀ। ਕਹਿੰਦਾ ਮੇਰੀ ਤਾਂ ਇੰਜ ਲੱਗਾ ਕਿ ਧੜਕਣ ਬੰਦ ਹੋ ਗਈ ਹੈ। ਕਹਿੰਦਾ ਬਸ ਇਸੇ ਹਸਪਤਾਲ ਵੀ ਖੜਿਆ ਫੇਰ ਵੀ ਜ਼ਾਰੀ ਗੱਲ ਉਹ ਖਤਮ ਹੋਈ ਸੀ। ਕਹਿੰਦਾ ਬੜਾ ਦੁੱਖ ਹੋਇਆ, ਉਹਦੇ ਘਰ ਦੇ ਲੜਨ ਵਾਸਤੇ ਸਾਡੇ ਘਰ ਆਏ। ਕਹਿੰਦਾ ਮੈਂ ਦੱਸਿਆ ਕਿ ਇਸ ਤਰ੍ਹਾਂ ਸਾਡੇ ਘਰ ਕਰਦੀ ਸੀ, ਮੈਂ ਗੁੱਸੇ ਨਾਲ ਉਹਨੂੰ ਆਖਿਆ ਤੇ ਉਹ ਬਾਹਰ ਨਿਕਲੀ ਹੈ। ਅੱਗੋਂ ਮੈਂ ਮਗਰ ਵੀ ਗਿਆ ਤੇ ਦੌੜਦੀ ਅੱਗੋਂ ਕਾਰ ਆਈ ਹੈ, ਉਹਦੇ ਥੱਲੇ ਆ ਗਈ ਹੈ। ਕਹਿੰਦਾ ਮੇਰੀ ਮਸ਼ੂਕ ਜਿਹੜੀ ਹੈ ਇਸ ਤਰ੍ਹਾਂ ਜ਼ਾਇਆ ਹੋ ਗਈ, ਮੈਨੂੰ ਤੇ ਬੜਾ ਦੁੱਖ ਹੋਇਆ। ਮੈਂ ਪਿਆਰ ਵੀ ਉਹਨੂੰ ਕੀਤਾ ਤੇ ਇਤਨਾ ਹਕੀਕੀ ਪਿਆਰ ਆਇਆ ਮੇਰਾ, ਉਹਨੇ ਮੇਰੇ ਪਿਆਰ ਦੀ ਕਦਰ ਨਹੀਂ ਸੀ ਕੀਤੀ। ਜੇ ਮੇਰੇ ਘਰ 'ਚ ਰਹਿ ਕੇ ਕਦਰ ਕਰਦੀ, ਪੈਰ ਉਹਦੇ ਤੇ ਜ਼ਮੀਨ ਤੇ ਰੱਖਣ ਹੀ ਨਹੀਂ ਸੀ ਉਹਨੂੰ ਦੇਣਾ, ਲੇਕਿਨ ਉਹ ਘਰ ਆ ਕੇ ਵਿਗੜ ਗਈ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਕੋਈ ਛੋਟਾ ਬੱਚਾ ਵਿਗੜਿਆ ਹੁੰਦਾ ਹੈ। ਕਹਿੰਦਾ ਮੇਰੇ ਤੋਂ ਤੇ ਉਹ ਉੱਤੇ ਤੀ ਹੋ ਗਈ ਸੀ। ਕਹਿੰਦਾ ਪਰ ਮੈਂ ਇਹ ਹੀ ਆਖਾਂਗੇ ਆਸ਼ਿਕ ਮਸ਼ੂਕੀ ਜਿਹੜੀ ਹੈ ਨਾ ਉਹ ਠੀਕ ਕੰਮ ਨਹੀਂ ਹੈ। ਮੈਂ ਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਸਾਂ ਉਹਦੇ ਪਿੱਛੇ, ਲੇਕਿਨ ਉਹਨੇ ਜਿਹੜਾ ਮੇਰੇ ਇਸ ਪਿਆਰ ਦੀ ਕਦਰ ਨਹੀਂ ਕੀਤੀ। ਹੁਣ ਤੇ ਉਹ ਦੁਨੀਆ ਤੋਂ ਟੁਰ ਗਈ ਹੈ, ਲੇਕਿਨ ਮੈਨੂੰ ਬੜਾ ਦੁੱਖ ਹੈ, ਮੈਨੂੰ ਯਾਦ ਬੜੀ ਆਉਂਦੀ ਹੈ, ਲੇਕਿਨ ਮੈਂ ਹੁਣ ਕੀ ਕਰ ਸਕਣਾ। ਕਹਿੰਦਾ ਮੈਂ ਹੁਣ ਦੁਬਾਰਾ ਸ਼ਾਦੀ ਕਰ ਲਈ ਹੈ, ਲੇਕਿਨ ਇਹ ਹੈ ਕਿ ਉਹ ਅਜੇ ਵੀ ਯਾਦ ਆਉਂਦੀ ਹੈ। ਕੋਸ਼ਿਸ਼ ਕਰਿਆ ਕਰੋ ਆਸ਼ਿਕ ਮਸ਼ੂਕੀ ਜ਼ਰਾ ਸਲੋ ਰੱਖਿਆ ਕਰੋ ਤੇ ਪੜ੍ਹਾਈ ਵੱਲ ਤਵੱਜੋ ਦੇਣੀ ਚਾਹੀਦੀ ਹੈ। ਬਾਕੀ ਆਪਣੇ ਮਾਂ-ਬਾਪ ਦੀ ਗੱਲ ਸੁਣਨੀ ਚਾਹੀਦੀ ਹੈ, ਜ਼ਿਆਦਾ ਜਿਹੜਾ ਫਾਰਵਰਡ ਨਹੀਂ ਜਾਣਾ ਚਾਹੀਦਾ। ਮੇਰੀ ਅਗਰ ਵੀਡੀਓ ਅੱਛੀ ਲੱਗੀ ਹੋਵੇ ਤਾਂ ਕੋਸ਼ਿਸ਼ ਕਰੋ ਲਾਈਕ ਤੇ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ। ਬਾਕੀ ਦੁਆਵਾਂ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਅੱਲਾਹ ਹਾਫਿਜ਼।